घरों निकलने ਨੂੰ तकरीबन 2 महीने हो गए। ਇੰਨੇ ਦਿਨ ਤੁਸੀਂ ਇੱਥੇ ਰਹੇ ਆ, ਹਾਂਜੀ ਤੁਹਾਨੂੰ ਕਿਸੇ ਚੀਜ਼ ਦੀ ਕਮੀ? ਨਹੀਂ, ਕੋਈ ਕਮੀ ਨਹੀਂ। ਬਹੁਤ ਵਧੀਆ ਸੇਵਾ ਕੀਤੀ ਇਹਨਾਂ ਨੇ ਸਾਡੀ, ਬਹੁਤ ਵਧੀਆ ਸਾਡਾ ਸਾਥ ਦਿੱਤਾ। ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਪਰ ਇੰਨੇ ਦਿਨ ਘਰ ਇੱਥੇ ਰਹਿਣ ਤੋਂ ਬਾਅਦ ਘਰ ਤੁਸੀਂ ਜਾ ਰਹੇ ਆ, ਹਾਂਜੀ ਤੇ ਕੋਈ ਇਦਾਂ ਤਾਂ ਨਹੀਂ ਲੱਗਦਾ ਵੀ ਬਹੁਤ ਦਿਨਾਂ ਬਾਅਦ ਜਾ ਰਹੇ ਜਾਂ ਕੋਈ? ਨਹੀਂ ਨਹੀਂ, ਬਹੁਤ ਸਹੀ ਲੱਗ ਰਿਹਾ। ਸਰ ਕੀ ਕਹਿਣਾ ਚਾਹੁੰਦੇ ਹੋ? ਮੈਂ ਤਕਰੀਬਨ ਜਿੰਨੇ ਵੀ ਠੀਕ ਹੋ ਕੇ ਗਏ ਨੇ ਸ਼ਰਧਾਲੂ ਉਹਨਾਂ ਨਾਲ ਗੱਲ ਕੀਤੀ ਆ, ਉਹ ਸਾਰੇ ਕਹਿੰਦੇ ਕਿ ਸਾਡੀ ਬੜੀ ਸੇਵਾ ਹੋਈ ਹੈ। ਮੈਨੂੰ ਲੱਗਦਾ ਕਿ ਤੁਹਾਡੇ ਵਾਸਤੇ ਇੱਕ ਬੜੀ ਵਧੀਆ ਗੱਲ ਹੈ ਜਦੋਂ ਉਹ ਕਹਿ ਕੇ ਜਾਂਦੇ ਨੇ ਕਿ ਸਾਡੀ ਬੜੀ ਸੇਵਾ ਹੋਈ ਹੈ। ਕੀ ਕਹਿਣਾ ਚਾਹੁੰਦੇ? ਨਹੀਂ, ਖੁਸ਼ੀ ਤਾਂ ਹੁੰਦੀ ਆ, ਲੇਕਿਨ ਅਸੀਂ ਇਕੱਲਿਆਂ ਨੇ ਕੁਝ ਨਹੀਂ ਕੀਤਾ। ਜਿੰਨੀਆਂ ਸਿੱਖ ਜਥੇਬੰਦੀਆਂ ਸੀਗੀਆਂ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ। ਕੀ ਨਾਮ ਤੁਹਾਡਾ ਜੀ? ਜਗਦੀਪ ਕੌਰ। ਜਗਦੀਪ ਕੌਰ ਜੀ, ਕਦੋਂ ਗਏ ਸੀ ਆਪਾਂ ਨੰਦੇੜ ਸਾਹਿਬ ਤੇ ਕਦੋਂ? ਆਪਾਂ 16 ਤਰੀਕ ਨੂੰ ਗਏ ਸੀ ਤੇ ਆਪਾਂ ਵਾਪਸ ਆਏ ਇੱਥੇ 29 ਤਰੀਕ ਨੂੰ। ਤੇ ਹੁਣ ਇੰਨੇ ਦਿਨ ਤੁਸੀਂ ਇੱਥੇ ਰਹੇ ਆ, ਹਾਂਜੀ ਤੁਹਾਨੂੰ ਕਿਸੇ ਚੀਜ਼ ਦੀ ਕਮੀ? ਨਹੀਂ, ਕੋਈ ਕਮੀ ਨਹੀਂ। ਬਹੁਤ ਵਧੀਆ ਸੇਵਾ ਕੀਤੀ ਇਹਨਾਂ ਨੇ ਸਾਡੀ, ਬਹੁਤ ਵਧੀਆ ਸਾਡਾ ਸਾਥ ਦਿੱਤਾ। ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਪਰ ਇੰਨੇ ਦਿਨ ਘਰ ਇੱਥੇ ਰਹਿਣ ਤੋਂ ਬਾਅਦ ਘਰ ਤੁਸੀਂ ਜਾ ਰਹੇ ਆ, ਹਾਂਜੀ ਤੇ ਕੋਈ ਇਦਾਂ ਤਾਂ ਨਹੀਂ ਲੱਗਦਾ ਵੀ ਬਹੁਤ ਦਿਨਾਂ ਬਾਅਦ ਜਾ ਰਹੇ ਜਾਂ ਕੋਈ? ਨਹੀਂ ਨਹੀਂ, ਬਹੁਤ ਸਹੀ ਲੱਗ ਰਿਹਾ। वाहिगुरू जी का खालसा वाहिगुरू जी की फतेह। ਤੇ ਆਪਾਂ ਕਦੋਂ ਗਏ ਸੀ ਨੰਦੇੜ ਸਾਹਿਬ ਤੇ ਕਦੋਂ ਵਾਪਸੀ ਆਉਣੀ ਸੀ? 15 ਤਰੀਕ ਨੂੰ ਗਏ ਸੀ, 15 ਮਾਰਚ ਨੂੰ, ਤੇ ਉੱਥੇ ਲਾਕਡਾਊਨ ਕਰਕੇ ਫਸ ਗਏ। 25 ਨੂੰ ਵਾਪਸੀ ਸੀ। ਤੇ ਹੁਣ ਇੱਥੇ ਆਇਆ ਨੂੰ ਕਿੰਨੇ ਦਿਨ ਹੋ ਗਏ? ਅਸੀਂ ਆਏ ਹਾਂ 29 ਤਰੀਕ ਨੂੰ ਉੱਥੇ ਤੇ 2 ਤਰੀਕ ਨੂੰ ਇੱਥੇ। ਅੱਛਾ ਜੀ। ਕਿੱਦਾਂ ਦਾ ਸਿਵਲ ਹਸਪੀਟਲ ਦਾ ਇੰਤਜ਼ਾਮ ਕਿੱਦਾਂ ਦਾ ਸੀਗਾ? ਸਭ ਠੀਕ ਠਾਕ ਸੀ, ਦਵਾਈ ਦਵਾਈ ਦੀ ਕੋਈ ਪ੍ਰੋਬਲਮ? ਕੋਈ ਪ੍ਰੋਬਲਮ ਨਹੀਂ। ਕਿਹੜਾ ਪਿੰਡ ਆਪਣਾ ਬਾਬਾ? ਹਰਸੀ ਪਿੰਡ। ਹਰਸੀ ਪਿੰਡ। ਹਾਂਜੀ। ਹਾਂ, ਮੇਰੇ ਕੋਲ ਨਾ 50 ਕੇਸ ਦਾਖਲ ਸੀਗੇ, ਜਿਨ੍ਹਾਂ ਚੋਂ ਅੱਜ 49 ਕੇਸਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ। ਘਰ ਭੇਜ ਦਿੱਤਾ ਗਿਆ। ਇੱਕ ਸਾਡੇ ਕੋਲ ਐਪ ਆ ਇਹਨਾਂ ਦੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਦਿੱਤੀ ਗਈ ਹੈਗੀ ਆ, ਉਹਦੇ ਨਾਲ ਸਾਨੂੰ ਇਹਨਾਂ ਨੂੰ ਜਾਣਕਾਰੀ ਮਿਲਦੀ ਰਹੇਗੀ ਜਿਹੜੀ ਸਾਰੀ। ਤੇ ਹੁਣ ਕਿੰਨੇ ਮਰੀਜ਼ ਹੈ? ਮੇਰੇ ਕੋਲ ਇੱਕ ਕੇਸ ਰਹਿ ਗਿਆ ਹੈਗਾ ਜਿਹੜਾ ਖਰਾਰਗਲ ਦਾ ਹੈਗਾ। ਉਸ ਤੋਂ ਇੱਕ ਹੁਣ ਮੇਰੇ ਕੋਲ ਰੈਫਰ ਹੋ ਕੇ ਹੁਣੇ ਮਕੇਰੀਆਂ ਤੋਂ ਆਇਆ। 2 ਕੇਸ ਰਹਿ ਗਏ ਮੇਰੇ ਪਾਸ। ਕਿਹੜੇ ਪਿੰਡ ਦੇ? ਜਿਹੜੇ ਹੁਣ ਭੇਜੇ ਤੋਰੇ ਹੈਗੇ ਆ ਵੱਖ-ਵੱਖ ਜ਼ਿਲ੍ਹੇ ਦੇ, ਵੱਖ-ਵੱਖ ਜ਼ਿਲ੍ਹੇ ਦੇ, ਕੁਝ ਕਪੂਰਥਲੇ ਜ਼ਿਲ੍ਹੇ ਦੇ ਵੀ ਹੈਗੇ ਆ, ਲੇਕਿਨ ਆ ਜਿਹੜੀ ਗੱਡੀ ਤੋਰੀ ਇਹ 'ਚ ਮੋਰਾਂਵਾਲੀ ਦੀ ਆ ਸਾਰੇ ਕੇਸ। ਮੋਰਾਂਵਾਲੀ ਦਾ ਹੁਣ ਬਿਲਕੁਲ ਕਲੀਅਰ ਹੋ ਚੁੱਕਾ ਹੈ? ਹਾਂ, ਮੇਰੇ ਕੋਲ ਸਾਰੇ ਜਿੰਨੇ 6 ਸੀਗੇ 6 ਦੇ 6 ਭੇਜ ਦਿੱਤੇ ਮੈਂ। ਭੇਜਿਆ ਗਿਆ ਹਾਂਜੀ। ਜਿਹਦੇ ਵਿੱਚੋਂ 71 ਦੇ ਲਗਭਗ ਸ਼ਰਧਾਲੂ ਆ। ਹਾਂਜੀ, ਮੇਰੇ ਕੋਲ ਜਿਹੜੇ ਇੱਥੇ ਸਿਵਲ ਹਸਪਤਾਲ 'ਚ ਦਾਖਲ ਸੀ ਮੇਰੇ ਕੋਲ 50 ਕੇਸ ਸੀਗੇ ਦਾਖਲ, ਉਹਦੇ ਵਿੱਚੋਂ 48 ਨੂੰ ਅੱਜ ਛੁੱਟੀ ਕੀਤੀ ਗਈ ਹੈਗੀ ਜੀ। 2 ਕੇਸ, ਇੱਕ ਹੋਰ ਮੇਰੇ ਕੋਲ ਨਵਾਂ ਆਇਆ ਹੈ ਮਕੇਰੀਆਂ ਤੋਂ ਰੈਫਰ ਹੋ ਕੇ, ਤੇ 3 ਕੇਸ ਇਸ ਟਾਈਮ ਮੇਰੇ ਕੋਲ ਮੌਜੂਦ ਹੈਗੇ ਨੇ। ਬਾਕੀ 48 ਕੇਸ ਮੈਂ ਛੁੱਟੀ ਕਰ। ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਸ ਵੇਲੇ ਹੁਣ ਕਿੰਨੇ ਐਕਟਿਵ ਕੇਸ? ਇਹ ਬੇਸਿਕਲੀ ਤਾਂ ਪੋਜ਼ਿਟਿਵ ਕੇਸ ਹੀ ਹੈ, ਇਹਨਾਂ ਨੂੰ ਹੋਮ ਕੁਆਰੰਟਾਈਨ ਲਈ ਭੇਜਿਆ ਹੈਗਾ ਅਸੀਂ। ਹਾਂ, ਪੋਜ਼ਿਟਿਵ ਕੇਸ ਹੈ, ਉਹ ਹੋਮ ਕੁਆਰੰਟਾਈਨ ਕੀਤਾ ਸਰਕਾਰ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ। ਐਪ ਵਗੈਰਾ ਕੋਈ? ਹਾਂ, ਇਹਨਾਂ ਦੇ ਮੋਬਾਈਲ 'ਚ ਐਪ ਜਿਹੜੀ ਆ ਉਹ ਡਾਊਨਲੋਡ ਕਰ ਦਿੱਤੀ ਗਈ ਆ, ਉਹਦੇ 'ਚ ਇਹਨਾਂ ਦੀ ਲੋਕੇਸ਼ਨ ਦਾ ਜੋ ਇਹਨਾਂ ਨੂੰ ਜਾਣਕਾਰੀ ਉਹ ਵੀ ਮਿਲਦੀ ਰਹੇਗੀ। ਹਾਂ, ਕੋਵਾ ਪੰਜਾਬ। ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਇੱਥੇ ਹੁਸ਼ਿਆਰਪੁਰ ਸ਼ਹਿਰ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਸੀਗੇ, ਜਿਹੜੇ ਕਰੋਨਾ ਪੋਜ਼ਿਟਿਵ ਹੋ ਗਏ ਸੀਗੇ, ਇੱਥੇ ਉਹਨਾਂ ਦਾ ਇਲਾਜ ਹੋਇਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਇੱਥੇ ਉਹਨਾਂ ਦਾ ਇਲਾਜ ਚੱਲਦਾ ਰਿਹਾ। ਅੱਜ ਤੁਸੀਂ ਦੇਖਿਆ ਕਿ ਉਹ ਇੱਥੋਂ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਨੇ, ਠੀਕ ਹੋ ਗਏ ਨੇ, ਤੰਦਰੁਸਤ ਨੇ। ਸਾਰਿਆਂ ਨੇ ਆਖਿਆ ਹੈਗਾ ਕਿ ਸਾਡੀ ਇੱਥੇ ਵਧੀਆ ਕੇਅਰ ਹੋਈ ਹੈਗੀ ਆ, ਅਸੀਂ ਬਿਲਕੁਲ ਠੀਕ ਠਾਕ ਹੈਗੇ ਆ। ਸਾਰਿਆਂ ਦੇ ਚਿਹਰੇ ਦੇ ਉੱਪਰ ਇੱਕ ਵਧੀਆ ਰੌਣਕ ਸੀਗੀ। ਪਹਿਲਾਂ ਹਜ਼ੂਰ ਸਾਹਿਬ ਗਏ ਹੋਏ ਸੀਗੇ, ਕਈ ਦਿਨ ਘਰਾਂ ਤੋਂ ਬਾਹਰ ਨਿਕਲਣ ਨੂੰ ਹੋ ਗਿਆ। ਅੱਜ ਕਈ ਦਿਨਾਂ ਬਾਅਦ ਉਹਨਾਂ ਨੇ ਵਾਪਸ ਆਪਣੇ ਘਰਾਂ ਵਿੱਚ ਜਾਣਾ। ਮੇਰੇ ਨਾਲ ਸਰਦਾਰ ਨੋਬਲਜੀਤ ਸਿੰਘ ਜੀ ਨੇ, ਬਹੁਤ ਸਾਰੇ ਹੁਸ਼ਿਆਰਪੁਰ ਸ਼ਹਿਰ ਦੇ ਸਿੱਖ ਸੰਗਤਾਂ ਨੇ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ। ਇਹ ਸੱਜਣ ਵੀ ਇੱਥੇ ਆਉਂਦੇ ਰਹੇ, ਉਹਨਾਂ ਦੀ ਸੇਵਾ ਕਰਦੇ ਰਹੇ। ਨੋਬਲਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੈਗੇ ਆ? ਤੁਸੀਂ ਵੀ ਉਹਨਾਂ ਦੀ ਸੇਵਾ ਕੀਤੀ, ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਜਿੱਦਣ ਤੋਂ ਇਹ ਹਜ਼ੂਰ ਸਾਹਿਬ ਤੋਂ ਸਿੱਖ ਸੰਗਤ ਆਈ ਹੋਈ ਸੀ, ਉਸ ਦਿਨ ਤੋਂ ਬਾਅਦ ਜਿੱਦਾਂ ਇੱਕ ਟਰੈਕ ਜਿਹਾ ਚੱਲਿਆ ਵੀ ਇਹ ਕਰੋਨਾ ਬੰਬ ਫਟ ਗਿਆ, ਸਾਰਾ ਮੀਡੀਆ ਦੇ ਵਿੱਚ ਜਾਂ ਹੋਰ ਬਹੁਤ ਜਗ੍ਹਾ ਇਹ ਗੱਲਾਂ ਜਿਹੜੀਆਂ ਛਿੜੀਆਂ ਜੀ, ਦੇਖੋ ਜੀ ਇਹ ਬੰਬ ਚੱਲ ਗਿਆ, ਇੰਨੇ ਪੇਸ਼ੈਂਟ ਵੱਧ ਗਏ। ਤੇ ਪਹਿਲੀ ਸਾਡੀ ਜ਼ਿੰਮੇਵਾਰੀ ਇਹ ਅਸੀਂ ਮਹਿਸੂਸ ਕੀਤੀ ਵੀ ਜਿਹੜੀ ਸਾਡੇ ਇਲਾਕੇ 'ਚ ਸੰਗਤ ਆਈ ਆ ਵੀ ਉਹਨਾਂ ਦੇ ਨਾਲ ਅਸੀਂ ਰਾਬਤਾ ਕਰੀਏ। ਤੇ ਫਿਰ ਅਸੀਂ ਦੂਸਰੇ ਦਿਨ ਜਿਹੜੀ ਰੈਤ ਬਹਿਰਾ ਕਾਲਜ ਹੈਗਾ ਆ ਇਹ ਚੰਡੀਗੜ੍ਹ ਰੋਡ 'ਤੇ, ਅਸੀਂ ਉੱਥੇ ਪਹੁੰਚੇ। ਕੋਈ ਉੱਥੇ 90-93 ਜਿਹੜੇ ਸ਼ਰਧਾਲੂ ਸੀਗੇ ਆਏ ਹੋਏ, ਅਤੇ
ਉੱਥੇ ਅਸੀਂ ਤਹਿਸੀਲਦਾਰ ਗੁਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਸਾਰੀ ਕੀਤੀ, ਸਾਰਾ ਪ੍ਰਬੰਧ ਦਾ ਜਾਇਜ਼ਾ ਲਿਆ ਤੇ ਸੰਗਤ ਨਾਲ ਵੀ ਅੰਦਰ ਗੱਲ ਕੀਤੀ ਅਸੀਂ। ਤੇ ਉਹ ਕੁੱਲ ਮਿਲਾ ਕੇ ਜਿਹੜੀਆਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਸੀਗੀਆਂ, ਉਹ ਜਿਹੜੀ ਹੁਸ਼ਿਆਰਪੁਰ ਦੀ ਸਿੱਖ ਸੰਗਤ ਹੈਗੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਸਮੱਸਿਆਵਾਂ ਜਿਹੜੀਆਂ ਉਹ ਹੱਲ ਕੀਤੀਆਂ। ਉੱਥੇ ਜਿੱਦਾਂ ਕੋਈ ਪਾਣੀ ਦੀ ਸਮੱਸਿਆ ਸੀ ਜਾਂ ਹੋਰ ਥੋੜ੍ਹੀ ਬਹੁਤੀ ਕੋਈ ਸਮੱਸਿਆ ਸੀਗੀ। ਉਸ ਤੋਂ ਬਾਅਦ ਪੋਜ਼ਿਟਿਵ ਮਤਲਬ ਜਿਹੜੇ ਆ ਕਰੋਨਾ ਟੈਸਟ ਹੋਏ, ਜਿਹਦੇ ਵਿੱਚੋਂ ਇਹ 50 ਦੇ ਕਰੀਬ ਜਿਹੜੀ ਇਹ ਸੰਗਤ ਸੀਗੀ ਉਹ ਪੋਜ਼ਿਟਿਵ ਆਈ ਤੇ ਉਹਨੂੰ ਫਿਰ ਜਿਹੜਾ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਸ਼ਿਫਟ ਕਰ ਦਿੱਤਾ ਗਿਆ। ਇੱਥੇ SMO ਜਸਵਿੰਦਰ ਸਿੰਘ ਉਹਨਾਂ ਨਾਲ ਅਸੀਂ ਫਿਰ ਰਾਬਤਾ ਕੀਤਾ ਤੇ ਬਹੁਤ ਵਧੀਆ ਇੱਥੇ ਜਿਹੜਾ ਸ਼ਰਧਾਲੂਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ। ਉਹਨਾਂ ਦੇ ਰੋਟੀ ਪਾਣੀ ਦਾ ਮੈਨੂ ਜਿਹੜਾ ਸੀਗਾ ਉਹ ਮੈਨੂੰ ਉਹਨਾਂ ਨੇ ਭੇਜਿਆ ਵੀ ਆਹ ਅਸੀਂ ਇਹਨਾਂ ਨੂੰ ਦੇ ਰਹੇ ਹਾਂ। ਫਿਰ ਸੰਗਤ ਨੇ ਵੀ ਆਪਣੇ ਤੌਰ ਦੇ ਉੱਤੇ ਫਲਾਂ ਦੀ ਸੇਵਾ, ਦੁੱਧ ਦੀ ਸੇਵਾ, ਹੋਰ ਇਹ ਚਾਹ ਦੀ ਸੇਵਾ ਜਾਂ ਡਰਾਈ ਫਰੂਟ ਦੀ, ਉਹ ਅਸੀਂ ਜਿਹੜੀ ਸੰਗਤ ਵੱਖ-ਵੱਖ ਜਿਹੜੀਆਂ ਇੱਥੇ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਉਹਨਾਂ ਤੱਕ ਉਹਨਾਂ ਦੇ ਪਹੁੰਚ ਕਰਦੀਆਂ ਰਹੀਆਂ। ਤੇ ਫਿਰ ਅਸੀਂ ਵੀ ਆ ਕੇ ਉਹਨਾਂ ਨੂੰ ਮਿਲਦੇ ਰਹੇ ਵੀ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਆ ਉਹ ਵੀ ਉੱਚਾ ਰਿਹਾ। ਤੇ ਅੱਜ ਜਦੋਂ ਇਹ ਜਿਹੜੇ ਸਾਡੇ ਵੀਰ ਭੈਣ ਬੱਚੇ ਘਰਾਂ ਨੂੰ ਜਾ ਰਹੇ ਆ ਇਸ ਕਰੋਨਾ ਤੋਂ ਮੁਕਤ ਹੋ ਕੇ, ਉਹਨਾਂ ਦੇ ਮਨ ਦੇ ਉੱਤੇ ਇੱਕ ਬਹੁਤ ਖੁਸ਼ੀ ਆ ਤੇ ਉਹਨਾਂ ਤੋਂ ਵੱਧ ਖੁਸ਼ੀ ਸਾਨੂੰ ਆ, ਕਿਉਂਕਿ ਇੱਕ ਜਿਹੜਾ ਇਹ ਸਾਡੇ ਤੇ ਇੱਕ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਅਸੀਂ ਆਪਣੀ ਜਿਹੜੀ ਸਿੱਖਾਂ ਨੇ ਆਪਣੀ ਸੇਵਾ ਦੇ ਜ਼ਰੀਏ ਉਹ ਧੱਬੇ ਨੂੰ ਜਿਹੜਾ ਧੋਤਾ। ਧੱਬੇ ਦਾ ਮਤਲਬ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ? ਮੈਂ ਜਿੱਦਾਂ ਪਹਿਲਾਂ ਹੀ ਗੱਲ ਕੀਤੀ ਵੀ ਮਤਲਬ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਕਹਿੰਦੇ ਸੀ ਵੀ ਇਹ ਕਰੋਨਾ ਬੰਬ ਆ ਗਿਆ, ਵੀ 3500 ਸ਼ਰਧਾਲੂ ਆਏ ਪੰਜਾਬ ਦੇ ਵਿੱਚ, ਇਹ ਤਾਂ ਫੈਲ ਜਾਣਾ ਹੁਣ, ਇੱਦਾਂ ਦੀ ਗੱਲਾਂ ਸੀਗੀਆਂ, ਪਰ ਇੱਦਾਂ ਦੀ ਗੱਲ ਕੋਈ ਨਹੀਂ ਹੋਈ। ਅੱਛਾ, ਤੁਹਾਨੂੰ ਵੀ ਤਾਂ ਐਂ ਲੱਗਦਾ ਕਿ ਜਿਵੇਂ ਇਹ ਕਿਹਾ ਜਾਂਦਾ ਰਿਹਾ ਕਿ ਪਹਿਲਾਂ ਪਠਲਾਵਾ ਜੀ ਦਾ ਜ਼ਿਕਰ ਆਇਆ ਵੀ ਉਹ ਕਰੋਨਾ ਲੈ ਕੇ ਆਏ ਹੈਗੇ ਆ, ਮੁਸਲਮਾਨ ਭਾਈਚਾਰੇ ਦੇ ਲੋਕ ਜਿਵੇਂ ਸਿੱਖ ਕਹਿੰਦੇ ਵੀ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਵੀ ਕਹਿੰਦੇ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੀ ਤੁਹਾਨੂੰ ਲੱਗਦਾ ਕਿ ਭਾਰਤੀ ਮੀਡੀਆ ਨੇ ਕੋਈ ਵਧੀਆ ਰੋਲ ਨਹੀਂ ਅਦਾ ਕੀਤਾ ਇਸ ਮਾਮਲੇ 'ਚ? ਨਹੀਂ, ਦੇਖੋ ਇਹ ਗੱਲ ਤਾਂ ਬਿਲਕੁਲ ਕਲੀਅਰ ਆ ਵੀ ਜਿਹੜੀਆਂ ਇੱਥੇ ਮਤਲਬ ਬਾਕੀ ਅਦਰ ਕੌਮਾਂ ਹੈਗੀਆਂ ਆ ਹਿੰਦੂ ਕਮਿਊਨਿਟੀ ਨੂੰ ਛੱਡ ਕੇ, ਉਹਨਾਂ ਨਾਲ ਕਿਤੇ ਨਾ ਕਿਤੇ ਤਾਂ ਬੜੀ ਇੱਕ ਭੱਦੀ ਜਿਹੜੀ ਇੰਡੀਅਨ ਪੋਲੀਟਿਕਸ ਉਹ ਖੇਡੀ ਗਈ ਆ। ਭਲਾ ਉਹ ਮੁਸਲਮਾਨਾਂ ਦੇ ਸੰਬੰਧ 'ਚ ਹੋਵੇ, ਭਲਾ ਉਹ ਸਿੱਖਾਂ ਦੇ ਸੰਬੰਧ 'ਚ ਹੋਵੇ। ਤੁਸੀਂ ਦੇਖੋ ਵੀ ਜਿਹੜਾ ਉਹ ਰਾਜਪੁਰਾ ਸੀਗਾ ਉਹਦੇ ਵਿੱਚ ਉਹ ਜਿੰਨੇ ਪੋਜ਼ਿਟਿਵ ਪਾਏ ਗਏ, ਉਹ ਪੂਰਾ ਗਰੁੱਪ ਜਿਹੜਾ ਲੰਗਰ ਦੇ ਕਾਰਡ ਬਣਾ ਕੇ ਤੇ ਉਹ ਆਪਣੀਆਂ ਯਾਸ਼ੀਆਂ ਕਰਦਾ ਪਿਆ ਸੀ, ਉਹਨੂੰ ਕੋਈ ਇੰਡੀਅਨ ਜਿਹੜਾ ਮੀਡੀਆ ਸੀ ਉਹਨੇ ਉਸ ਤਰੀਕੇ ਨਾਲ ਤਰਜੀਹ ਨਹੀਂ ਦਿੱਤੀ। ਜਾਂ ਫਿਰ ਜਿੱਦਾਂ ਜਗਬਾਣੀ ਦੇ ਅਖਬਾਰ ਜਿਹੜਾ ਹੈਗਾ ਆ ਇਹ ਜਲੰਧਰ ਦੇ ਵਿੱਚ, ਉਹਦੇ ਵਿੱਚ ਕਾਫੀ ਗਿਣਤੀ ਵਿੱਚ ਜਿਹੜਾ ਕਰੋਨਾ ਪੋਜ਼ਿਟਿਵ ਪਾਏ ਗਏ, ਉਹਦੇ ਬਾਰੇ ਕੋਈ ਨਹੀਂ ਕੀਤੀ ਗਈ। ਫਿਰ ਇੱਦਾਂ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਮਤਲਬ ਇਹ ਕਿਤੇ ਨਾ ਕਿਤੇ ਇਹ ਹੈ ਇਹ ਗੱਲ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਅੱਛਾ, ਇੱਕ ਹੋਰ ਗੱਲ, ਜਿੱਦਾਂ ਜਦੋਂ ਹਜ਼ੂਰ ਸਾਹਿਬ ਤੋਂ ਯਾਤਰੀ ਸਾਰੇ ਸ਼ਰਧਾਲੂ ਤੁਰਦੇ ਹੈਗੇ ਆ ਤਾਂ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਕਹਿੰਦੇ ਕਿ ਇੱਥੇ ਟੈਸਟ ਇਹਨਾਂ ਦੇ 3 ਵਾਰ ਹੋ ਚੁੱਕੇ ਆ ਵੀ ਇਹ ਪੋਜ਼ਿਟਿਵ ਨਹੀਂ ਹੈਗੇ, ਤੰਦਰੁਸਤ ਹੈ, ਬਿਲਕੁਲ ਠੀਕ ਠਾਕ ਨੇ। ਹਜ਼ੂਰ ਸਾਹਿਬ ਤੋਂ ਲੈ ਕੇ ਪੰਜਾਬ ਦੀ ਧਰਤੀ ਤੱਕ ਆਉਂਦੇ ਫਿਰ ਕਹਿੰਦੇ ਪੋਜ਼ਿਟਿਵ ਹੋ ਗਏ ਉਹ, ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ? ਦੇਖੋ ਇਹ ਇੱਕ ਨਾ ਸ਼ੁਰੂ ਤੋਂ ਹੀ ਇਹ ਗੱਲ ਸਾਡੇ ਸਾਹਮਣੇ ਰਹੀ ਹੈ ਵੀ ਇਹ ਇੱਕ ਭੰਬਲ ਭੂਸੇ ਵਾਲੀ ਨੀਤੀ ਰਹੀ ਆ, ਕਿਉਂਕਿ 2 ਹਸਬੈਂਡ ਵਾਈਫ ਰਹਿ ਰਹੇ ਆ, ਉਹਦੀ ਵਾਈਫ ਪੋਜ਼ਿਟਿਵ ਆ, ਉਹਦਾ ਹਸਬੈਂਡ ਨੈਗੇਟਿਵ ਆ, 9 ਸਾਲ ਦਾ ਬੱਚਾ ਉਹ ਪੋਜ਼ਿਟਿਵ ਆ, ਉਹਦੇ ਮਾਂ ਪਿਓ ਜਿਹੜੇ ਆ ਉਹ ਨੈਗੇਟਿਵ ਆ। ਤੇ ਇਹ ਕਿਤੇ ਨਾ ਕਿਤੇ ਭੰਬਲ ਭੂਸੇ ਵਾਲੀ ਨੀਤੀ ਰਹੀ ਆ, ਪਰ ਅਸੀਂ ਇਹਦੇ ਕਾਰਨਾਂ ਉੱਤੇ ਤਾਂ ਨਹੀਂ ਜਾ ਰਹੇ ਕਿਉਂਕਿ ਹੱਲੇ ਇਹ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਆ। ਤੇ ਇਸ ਤੋਂ ਬਾਅਦ ਜਦੋਂ ਅਸੀਂ ਫ੍ਰੀ ਹੋਵਾਂਗੇ ਤਾਂ ਫਿਰ ਇਹਦੀ ਡੀਪਲੀ ਅਸੀਂ ਜਿਹੜੀ ਇਨਵੈਸਟੀਗੇਟ ਕਰਾਂਗੇ ਵੀ ਇਹ ਸਾਰਾ ਕੁਝ ਕਿੱਦਾਂ ਹੋਇਆ, ਕੀ ਗੇਮ ਖੇਡੀ ਗਈ, ਕਿਉਂਕਿ ਹਕੂਮਤਾਂ ਜਿਹੜੀਆਂ ਆ ਉਹਨਾਂ ਲਈ ਹਰ ਚੀਜ਼ ਇੱਕ ਆਫਰ ਹੁੰਦੀ ਆ। ਹਰ ਬਿਮਾਰੀ, ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਾਈਸਿਸ ਹੁੰਦਾ, ਉਹਨਾਂ ਲਈ ਇੱਕ ਆਫਰ ਹੁੰਦਾ, ਉਹਦੇ ਵਿੱਚੋਂ ਉਹ ਆਪਣੇ ਸਟੇਟ ਦੇ ਹਿੱਤਾਂ ਨੂੰ ਹੀ ਜਿਹੜਾ ਪ੍ਰਮੁੱਖ ਰੱਖ ਕੇ ਜਿਹੜੀਆਂ ਉਹ ਨੀਤੀਆਂ ਜਾਂ ਉਹ ਕੰਮ ਕਰਦੇ ਆ। ਜੀ ਜ਼ਰੂਰ। ਸਰਦਾਰ ਸਰਬਜੋਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹੈ ਕੁਝ ਕਹਿਣ ਨੂੰ ਤੁਹਾਡੇ ਕੋਲ? ਜੋ ਗੱਲ ਕਹਿਣੀ ਸੀ ਉਹ ਤਾਂ ਚਲੋ ਭਾਜੀ ਨੇ ਸਾਰੀ ਕਲੀਅਰ ਕਰ ਦਿੱਤੀ ਹੈ। ਤੇ ਬਾਕੀ ਹੁਣ ਅੰਤ ਵਿੱਚ ਇਹੀ ਕਹਾਂਗੇ, ਦੇਖੋ ਜਿਹੜਾ ਕਰੋਨਾ ਵਾਇਰਸ ਆਇਆ ਨਾ, ਤੇ ਇਹਨੂੰ ਜਿਹੜਾ ਆਪਾਂ ਇੱਕ ਬਿਮਾਰੀ ਦੇ ਤੌਰ ਤੇ ਲੈ ਕੇ ਚੱਲੀਏ, ਨਾ ਕਿ ਇਹਦੇ ਸੰਬੰਧ 'ਚ ਆਪਾਂ ਭੇਦਭਾਵ ਕਰੀਏ। ਹੁਣ ਤੁਸੀਂ ਦੇਖੋ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੋਈ ਆ, 50 ਮਰੀਜ਼ ਸੀਗੇ। ਤੁਸੀਂ ਕਹਿੰਦੇ ਕਿ ਆਪਾਂ ਇੱਦਾਂ ਲੈ ਕੇ ਚੱਲੀਏ, ਪਰ ਜਿਵੇਂ ਨੌਲੇਜ ਨੇ ਆਖਿਆ ਕਿ ਇੱਦਾਂ ਕੁਝ ਲੋਕ ਜਿਹੜੇ ਹੈਗੇ ਨੇ ਉਹ ਨਹੀਂ ਇੱਦਾਂ ਚੱਲ ਰਹੇ ਹੈਗੇ, ਤੁਸੀਂ ਤਾਂ ਠੀਕ ਹੀ ਚੱਲ ਰਹੇ ਹੈਗੇ ਆ। ਦੇਖੋ ਜਿਹੜੇ ਲੋਕ ਇੱਦਾਂ ਚੱਲਦੇ ਹੈਗੇ ਆ, ਇਹ ਉਹਨਾਂ ਦੀ ਸੋਚਣੀ ਆ, ਇਹ ਅਸੀਂ ਉਹਨਾਂ ਨੂੰ ਵੀ ਕਹਿੰਦੇ, ਉਹਨਾਂ ਨੂੰ ਨਸੀਹਤ ਵਾ, ਅਸੀਂ ਐਜ਼ ਸਿੱਖ ਐਜ਼ ਇਨਸਾਨ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਜਿਹੜੀ ਤੁਹਾਡੀ ਗੰਦੀ ਜੀ ਸੋਚ ਹੈਗੀ ਆ, ਜਿਹੜਾ ਤੁਸੀਂ ਜਿਸ ਤਰ੍ਹਾਂ ਮੀਡੀਆ ਨੇ ਵੀ ਬਹੁਤ ਇੱਥੇ
ਇੱਕ ਮਤਲਬ ਕਿਸ ਤਰ੍ਹਾਂ ਹੈਡਲਾਈਨ ਚਲਾਈ ਸੀ ਕਿ ਬੰਬ ਫਟ ਗਿਆ, ਤੇ ਉਹ ਬੰਬ ਜਿਹੜਾ ਫਟਿਆ ਆ ਉਹ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਸਹੀ ਹੋ ਗਿਆ। ਜਿਹੜਾ ਨੇ ਬੰਬ ਮਤਲਬ ਇਹਨਾਂ ਦੇ ਤੌਰ ਤੇ ਜੋ ਬੰਬ ਸੀਗਾ, ਆਹ ਦੇਖੋ 50 ਦੇ ਵਿੱਚੋਂ 48 ਜਿਹੜੇ ਹੈਗੇ ਆ ਮਰੀਜ਼ ਸੀਗੇ ਬਿਲਕੁਲ ਚੜ੍ਹਦੀ ਕਲਾ 'ਚ ਹੋ ਕੇ ਘਰ ਨੂੰ ਗਏ ਨੇ। ਸੋ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਬਿਮਾਰੀਆਂ ਆ ਜੋ ਵੀ ਇਹੋ ਜਿਹੀ ਕਰੋਨਾ ਚਾਹੇ ਹੋਰ ਬਿਮਾਰੀ ਆ, ਉਹਨੂੰ ਬਿਮਾਰੀ ਦੇ ਤੌਰ ਤੇ ਲਿਆ ਜਾਵੇ, ਨਾ ਕਿ ਉਹਨੂੰ ਆਪਾਂ ਕਿਸੇ ਢੰਗ ਨਾਲ ਕੋਈ ਧਰਮ ਜਾਂ ਨੂੰ ਕੋਈ ਹੋਰ ਰੰਗ ਦਈਏ। ਜੀ ਜ਼ਰੂਰ। ਹੋਰ ਵੀਰ ਇੱਕ ਹੈਗੇ ਨੇ ਇੱਥੇ ਲਗਾਤਾਰ ਆਉਂਦੇ ਰਹੇ, ਸੇਵਾ ਕਰਦੇ ਰਹੇ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਲਗਾਤਾਰ ਇੱਥੇ ਆਉਂਦੇ ਰਹੇ ਜੀ ਇਹਨਾਂ ਦੀ ਸੇਵਾ ਕਰਨ ਵਾਸਤੇ? ਹਾਂਜੀ ਵੀਰ ਜੀ। ਅੱਛਾ, ਕੀ ਲੈ ਕੇ ਆਉਂਦੇ ਹੁੰਦੇ ਸੀਗੇ? ਅਸੀਂ ਫਰੂਟ ਦੀ ਸੇਵਾ ਜੋ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲਈ ਦਲ ਖਾਲਸਾ ਜਥੇਬੰਦੀ ਵੱਲੋਂ, ਠੀਕ ਹੈ ਜੀ। ਬਾਕੀ ਜਿੰਨੀਆਂ ਹੋਰ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਸ਼ਰਧਾਲੂਆਂ ਨੂੰ ਦੇਖਿਆ, ਇੱਥੇ ਆ ਕੇ ਪੁੱਛਿਆ, ਐਸਐਮਓ ਸਾਹਿਬ ਦੇ ਨਾਲ ਗੱਲਬਾਤ ਕੀਤੀ, ਫਿਰ ਜਿਹੜੀ ਵੀ ਸੇਵਾ ਗੁਰੂ ਸਾਹਿਬ ਨੇ ਲਈ ਉਹਨਾਂ ਨੇ ਕੀਤੀ। ਸੋ ਤੁਸੀਂ ਰੋਜ਼ਾਨਾ ਹੀ ਆਉਂਦੇ ਰਹੇ? ਹਾਂਜੀ, ਰੋਜ਼ਾਨਾ ਆਉਂਦੇ ਸੀ। ਅੱਛਾ, ਠੀਕ ਹੈ। ਹਾਂਜੀ, ਠੀਕ ਹੈ ਜੀ, ਧੰਨਵਾਦ ਜੀ। ਹਾਂਜੀ, ਐਸਐਮਓ ਸਾਹਿਬ ਮੇਰੇ ਨਾਲ ਹੈਗੇ ਨੇ। ਸਰ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਕਰੀਬਨ ਜਿੰਨੇ ਵੀ ਠੀਕ ਹੋ ਕੇ ਗਏ ਨੇ ਸ਼ਰਧਾਲੂ ਉਹਨਾਂ ਨਾਲ ਗੱਲ ਕੀਤੀ ਆ, ਉਹ ਸਾਰੇ ਕਹਿੰਦੇ ਕਿ ਸਾਡੀ ਬੜੀ ਸੇਵਾ ਹੋਈ ਹੈ। ਮੈਨੂੰ ਲੱਗਦਾ ਕਿ ਤੁਹਾਡੇ ਵਾਸਤੇ ਇੱਕ ਬੜੀ ਵਧੀਆ ਗੱਲ ਹੈ ਜਦੋਂ ਉਹ ਕਹਿ ਕੇ ਜਾਂਦੇ ਨੇ ਕਿ ਸਾਡੀ ਬੜੀ ਸੇਵਾ ਹੋਈ ਹੈ। ਕੀ ਕਹਿਣਾ ਚਾਹੁੰਦੇ? ਨਹੀਂ, ਖੁਸ਼ੀ ਤਾਂ ਹੁੰਦੀ ਆ, ਲੇਕਿਨ ਅਸੀਂ ਇਕੱਲਿਆਂ ਨੇ ਕੁਝ ਨਹੀਂ ਕੀਤਾ। ਜਿੰਨੀਆਂ ਸਿੱਖ ਜਥੇਬੰਦੀਆਂ ਸੀਗੀਆਂ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈਗਾ ਤੇ ਪੇਸ਼ੈਂਟ ਖੁਸ਼ ਹੋਏਗਾ ਤਾਂ ਇਟ ਮੀਨਸ ਉਹਨਾਂ ਦਾ ਵੀ ਸਹਿਯੋਗ ਕਰਕੇ ਹੋਇਆ ਹੈਗਾ। ਜੀ ਜ਼ਰੂਰ ਜੀ। ਅੱਛਾ, ਜਿਹੜੇ ਲੋਕ ਘਰਾਂ ਵਿੱਚ ਬੈਠੇ ਆ ਜਾਂ ਜਿਹੜੇ ਇੱਥੋਂ ਹੁਣ ਵਾਪਸ ਗਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਭਈ ਉਹ ਇਦਾਂ ਸੋਚਣ ਕਿ ਹੁਣ ਆਪਾਂ ਵੇਸਲੇ ਹੋ ਜਾਈਏ ਵੀ ਹੁਣ ਅਸੀਂ ਠੀਕ ਹੋ ਚੁੱਕੇ ਹਾਂ? ਨਹੀਂ ਨਹੀਂ, ਉਹ ਪੋਜ਼ਿਟਿਵ ਕੇਸ ਸੀਗੇ ਸੀ। ਸਰਕਾਰ ਦੀਆਂ ਨਵੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਛੁੱਟੀ ਕੀਤੀ ਗਈ ਆ, ਲੇਕਿਨ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਤੁਸੀਂ ਹੋਮ ਕੁਆਰੰਟਾਈਨ ਘਰ ਦੇ ਵਿੱਚ ਹੀ ਰਹਿਣਾ। ਉਹਨਾਂ ਦੇ ਮੋਬਾਈਲ ਦੇ ਵਿੱਚ ਅਸੀਂ ਇੱਕ ਐਪ ਜਿਹੜੀ ਆ ਕੋਵਾ ਪੰਜਾਬ ਜਿਹੜੀ ਉਹ ਡਾਊਨਲੋਡ ਕਰ ਦਿੱਤੀ ਆ। ਉਹਦੇ ਨਾਲ GPS ਸਿਸਟਮ ਦੇ ਥਰੂ ਟਰੈਕਿੰਗ ਵੀ ਹੋਏਗੀ, ਨਾਲ ਉਹਨਾਂ ਨੂੰ ਗਾਈਡਲਾਈਨ ਮਿਲਦੀਆਂ ਰਹਿਣਗੀਆਂ। ਅਖੀਰ ਦੇ ਵਿੱਚ ਮੈਂ ਵੇਖਿਆ ਬਹੁਤ ਸਾਰੇ ਪਿੰਡਾਂ ਨੂੰ ਜਦੋਂ ਲੋਕ ਠੀਕ ਹੋ ਕੇ ਜਾਂਦੇ ਆ ਤਾਂ ਪਿੰਡਾਂ ਵਾਲੇ ਉਹਨਾਂ ਨੂੰ ਆਪਣੇ ਘਰਾਂ 'ਚ ਨਹੀਂ ਵੜਨ ਦਿੰਦੇ, ਪਿੰਡ 'ਚ ਨਹੀਂ ਵੜਨ ਦਿੰਦੇ ਹੈਗੇ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਆਈਸੋਲੇਸ਼ਨ ਜ਼ਰੂਰੀ ਆ। ਜੋ ਕਰਦੇ ਨਾ ਉਹ ਖੈਰ ਮੈਂ ਤਾਂ ਕਹੂੰਗਾ ਵਧੀਆ ਆ, ਲੇਕਿਨ ਆਈਸੋਲੇਸ਼ਨ ਜ਼ਰੂਰੀ ਹੈਗੀ ਉਹਨਾਂ ਦੇ ਵਿੱਚ। ਸੱਜਣ ਕਹਿੰਦੇ ਸਾਡਾ ਵਿਤਕਰਾ ਕਰਦੇ, ਸਾਡੇ ਨਾਲ ਨਫ਼ਰਤ ਦੀਆਂ ਅੱਖਾਂ ਨਾਲ ਦੇਖਦੇ ਸਾਡੇ ਵੱਲ। ਨਹੀਂ, ਨਫ਼ਰਤ ਨਹੀਂ। ਇਹਨਾਂ ਬੰਦੇ ਜਿਹੜੇ ਹੋਰ ਤਾਂ ਕਿਤੇ ਨਹੀਂ ਜਾਣਗੇ, ਆਪਣੇ ਘਰ ਦੇ ਵਿੱਚ ਹੀ ਰਹਿਣਗੇ। ਇਹਨਾਂ ਨੂੰ ਇਹਨਾਂ ਸਮਝਾ ਕੇ ਭੇਜਿਆ ਗਿਆ ਹੈਗਾ ਇਹਨਾਂ ਨੂੰ। ਹਾਂਜੀ ਜ਼ਰੂਰ। ਸੋ ਐਸਐਮਓ ਸਾਹਿਬ ਨੇ ਆਖਿਆ ਹੈਗਾ ਕਿ ਸਾਨੂੰ ਵਧੀਆ ਲੱਗਦਾ ਹੈਗਾ ਕਿ ਜਦੋਂ ਲੋਕ ਆਪ ਮੂੰਹੋਂ ਆਪਣੇ ਕਹਿੰਦੇ ਹੈਗੇ ਆ ਕਿ ਸਾਡੀ ਇੱਥੇ ਵਧੀਆ ਸੇਵਾ ਹੋਈ ਹੈਗੀ ਆ, ਸਾਡਾ ਇਲਾਜ ਵਧੀਆ ਹੋਇਆ, ਸਾਨੂੰ ਕੋਈ ਵੀ ਤੰਗੀ ਨਹੀਂ ਆਈ ਹੈਗੀ। ਸੋ ਹਜ਼ੂਰ ਸਾਹਿਬ ਦੇ ਉਹ ਸ਼ਰਧਾਲੂ ਜਿਹੜੇ ਕਰੋਨਾ ਪੋਜ਼ਿਟਿਵ ਆ ਗਏ ਸੀਗੇ, ਅੱਜ ਉਹ ਹੁਸ਼ਿਆਰਪੁਰ ਸ਼ਹਿਰ ਦੇ ਇਸ ਸਿਵਲ ਹਸਪੀਟਲ ਵਿੱਚੋਂ ਠੀਕ ਹੋ ਕੇ ਵੱਡੀ ਗਿਣਤੀ ਵਿੱਚ ਵਾਪਸ ਆਪਣੇ ਘਰਾਂ ਨੂੰ, ਕਈ ਦਿਨਾਂ ਦੇ ਘਰੋਂ ਨਿਕਲੇ ਹੋਏ ਸੀਗੇ, ਵਾਪਸ ਘਰਾਂ ਨੂੰ ਅੱਜ ਚਲੇ ਗਏ ਨੇ।